असंख ग्रंथ मुख वेद पाठ। ਲਓ ਹਜ਼ੂਰ ਕਹਿੰਦੇ ਨੇ ਸਤੋਗੁਣ ਸ੍ਰਿਸ਼ਟੀ ਦੇ ਅੰਦਰ ਅਸੰਖ ਦਾ ਅਰਥ ਹੈ ਅਣਗਿਣਤ ਹੀ ਗ੍ਰੰਥ। ਧਰਮ ਗ੍ਰੰਥ ਨੇ, ਧਰਮ ਸ਼ਾਸਤਰ ਨੇ। ਜਿਹੜਾ ਗ੍ਰੰਥ ਸ਼ਬਦ ਹੈ ਗਿਰਾ ਕਹਿੰਦੇ ਨੇ ਬਾਣੀ ਨੂੰ। ਜੋ ਬਾਣੀ ਦਾ ਅਸਥਾਨ, ਜਿੱਥੇ ਬਾਣੀ ਦਾ ਨਿਵਾਸ, ਉਹਨੂੰ ਗ੍ਰੰਥ ਕਿਹਾ ਜਾਂਦਾ ਹੈ। ਤੇ ਆਪਾਂ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰੰਥ ਸ਼ਬਦ ਦੇ ਨਾਲ ਹੀ ਸੰਬੋਧਨ ਕਰਦੇ ਹਾਂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗ੍ਰੰਥ ਦਾ ਅਰਥ ਹੈ ਗਿਰਾ ਦਾ, ਬਾਣੀ ਦਾ ਅਸਥਾਨ, ਜਿੱਥੇ ਬਾਣੀ ਨਿਵਾਸ ਕਰ ਰਹੀ ਹੈ। ਹਜ਼ੂਰ ਕਹਿੰਦੇ ਅਸੰਖ ਗ੍ਰੰਥ, ਅਨੇਕਾਂ ਪ੍ਰਕਾਰ ਦੇ ਗ੍ਰੰਥ ਨੇ, ਧਰਮ ਸ਼ਾਸਤਰ ਨੇ। ਉਹਨਾਂ ਦੀ ਗਿਣਤੀ ਵੀ ਕਰਨੀ ਔਖੀ ਹੈ। ਕਿੰਨੇ ਵਿਦਵਾਨਾਂ ਨੇ ਕਿੰਨੇ ਗ੍ਰੰਥ ਲਿਖੇ ਨੇ, ਕੁਝ ਨਹੀਂ ਦੱਸ ਸਕਦਾ। ਹਾਂ, ਕੁਝ 94 ਗ੍ਰੰਥ ਨੇ ਜਿਨ੍ਹਾਂ ਦੀ ਗਿਣਤੀ ਵਿਦਵਾਨਾਂ ਨੇ ਲਿਖੀ ਹੈ। ਜਿਵੇਂ ਮੁੱਖ ਵੇਦ ਪਾਠ, ਜਿੰਨੇ ਧਰਮ ਸ਼ਾਸਤਰ ਨੇ ਉਹਨਾਂ ਦੇ ਵਿੱਚੋਂ ਮੁੱਖ ਵੇਦਾਂ ਦੇ ਪਾਠ ਨੂੰ ਮੰਨਿਆ ਗਿਆ ਹੈ। 4 ਵੇਦ ਨੇ, ਸ਼ਿਆਮ ਵੇਦ, ਰਿਗ, ਜੁਜਰ, ਅਥਰਵਣ। ਹਿੰਦੂ ਮਤ ਦੇ ਸਭ ਤੋਂ ਉੱਚੇ ਗਿਆਨ ਦੇ ਗ੍ਰੰਥ ਵੇਦ ਹੀ ਮੰਨੇ ਗਏ ਨੇ। ਤੇ ਬਾਕੀ ਇਹਨਾਂ ਦੇ ਨਾਲ ਨਾਲ ਖਟ ਸ਼ਾਸਤਰ ਨੇ। 6 ਹੋਰ ਧਰਮ ਗ੍ਰੰਥ ਵੀ ਹਨ, 27 ਸਿਮਰਤੀਆਂ ਵੀ ਹਨ ਤੇ 18 ਪੁਰਾਣ ਵੀ ਹਨ। ਪਰ ਹਜ਼ੂਰ ਕਹਿੰਦੇ ਨਹੀਂ, ਗਿਣਤੀ ਕੀਤਿਆਂ ਗ੍ਰੰਥਾਂ ਦੀ ਗਿਣਤੀ ਨਹੀਂ ਹੋ ਸਕਦੀ। ਅਸੰਖ ਗ੍ਰੰਥ, ਅਣਗਿਣਤ ਹੀ ਗ੍ਰੰਥ ਨੇ, ਧਰਮ ਸ਼ਾਸਤਰ ਨੇ, ਧਾਰਮਿਕ ਪੁਸਤਕਾਂ ਨੇ। ਤੇ 4 ਵੇਦ ਤੇ 4 ਹੀ ਉਪਵੇਦ ਮੰਨੇ ਗਏ ਨੇ। ਕਈ ਲੋਕ ਇਹਨਾਂ ਦਾ ਹੀ ਮੁਖ ਤੋਂ ਪਾਠ ਕਰਦੇ ਨੇ। ਕੋਈ ਧਰਮ ਗ੍ਰੰਥਾਂ ਨੂੰ ਪੜ੍ਹਦਾ ਹੈ, ਕੋਈ ਵੇਦ ਪਾਠ ਨੂੰ ਮੁਖ ਤੋਂ ਉਚਾਰਨ ਕਰਦਾ ਹੈ। ਕਿਉਂਕਿ ਵੇਦਾਂ ਦਾ ਪਾਠ ਕਰਨਾ ਇਹ ਵੀ ਇੱਕ ਉੱਤਮ ਕਰਮ ਸਮਝਿਆ ਗਿਆ ਹੈ। ਕਿਉਂਕਿ ਸਾਰੇ ਧਰਮਾਂ ਦੇ ਵਿੱਚ ਆਪੋ ਆਪਣੇ ਧਰਮ ਗ੍ਰੰਥ ਨੇ, ਜਿਨ੍ਹਾਂ ਨੂੰ ਹੋਲੀ ਬੁੱਕ ਆਖਿਆ ਜਾਂਦਾ ਹੈ। ਤੇ ਜਿੰਨੇ ਵੀ ਉਸ ਧਰਮਾਂ ਦੇ ਅਨੁਯਾਈ ਹਨ, ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਦੇ ਪੈਰੋਕਾਰ ਨੇ, ਉਹ ਆਪਣੇ ਧਰਮ ਗ੍ਰੰਥ ਨੂੰ ਆਪਣੇ ਇਸ਼ਟ ਦੀ, ਆਪਣੇ ਰਹਿਬਰ ਦੀ ਕਲਾਮ ਸਮਝ ਕੇ ਤੇ ਉਸ ਨੂੰ ਪੜ੍ਹਨਾ ਧਰਮ ਸਮਝਦੇ ਨੇ। ਹਿੰਦੂ ਵੇਦਾਂ ਨੂੰ ਪੜ੍ਹਦੇ ਨੇ, ਗੀਤਾ ਨੂੰ ਪੜ੍ਹਦੇ ਨੇ, ਮੁਸਲਮਾਨ ਕੁਰਾਨ ਨੂੰ ਪੜ੍ਹਦੇ ਨੇ, ਈਸਾਈ ਲੋਕ ਬਾਈਬਲ ਨੂੰ ਪੜ੍ਹਦੇ ਹਨ। ਕਈ ਹੋਰ ਧਰਮ ਗ੍ਰੰਥਾਂ ਦੇ ਅਨੁਯਾਈ ਉਹਨਾਂ ਨੂੰ ਪੜ੍ਹੀ ਜਾ ਰਹੇ ਨੇ। ਅਸੰਖ ਗ੍ਰੰਥ, ਅਣਗਿਣਤ ਪ੍ਰਕਾਰ ਦੇ ਗ੍ਰੰਥ ਨੇ। ਤੇ 4 ਵੇਦ ਤੇ 4 ਉਪਵੇਦ ਨੇ। ਹਜ਼ੂਰ ਕਹਿੰਦੇ ਕਈ ਲੋਕ ਇਹਨਾਂ ਦਾ ਆਪਣੇ ਮੁਖ ਤੋਂ ਪਾਠ ਕਰਦੇ ਹਨ। असंख जोग मन रहे उदास। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਯੋਗ, ਅਣਗਿਣਤ ਪ੍ਰਕਾਰ ਦੇ ਯੋਗ ਨੇ। ਜਿਹੜਾ ਯੋਗ ਹੈ ਉਹ ਵੀ ਇੱਕ ਪ੍ਰਕਾਰ ਦਾ ਨਹੀਂ, ਕਈ ਪ੍ਰਕਾਰ ਦਾ ਹੈ। ਹਠ ਯੋਗ ਹੈ, ਲੈ ਯੋਗ ਹੈ, ਕਰਮ ਯੋਗ ਹੈ, ਗਿਆਨ ਯੋਗ ਹੈ, ਭਗਤ ਯੋਗ ਹੈ। ਕਈ ਪ੍ਰਕਾਰ ਦੇ ਯੋਗ ਲਿਖੇ ਮਿਲਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਯੋਗ, ਅਣਗਿਣਤ ਪ੍ਰਕਾਰ ਦੇ ਯੋਗ ਲਿਖੇ ਹੋਏ ਨੇ। ਯੋਗ ਦਾ ਮੁੱਖ ਸੂਤਰ ਹੈ ਜੁੜਨਾ। ਯੋਗਾਸ ਚਿਤ ਬਿਰਤੀ ਨਿਰੋਧਾ। ਚਿਤ ਬਿਰਤੀ ਨੂੰ ਰੋਕਣਾ, ਇਹ ਯੋਗ ਦਾ ਮੁੱਖ ਸੂਤਰ ਮੰਨਿਆ ਹੋਇਆ। ਹਜ਼ੂਰ ਕਹਿੰਦੇ ਨੇ ਮਨ ਬਿਰਤੀ ਨੂੰ ਰੋਕਣ ਵਾਸਤੇ ਕਈ ਪ੍ਰਕਾਰ ਦੇ ਯੋਗ ਨੇ ਤੇ ਕਈ ਉਹਨਾਂ ਨੂੰ ਕਰਨ ਵਾਲੇ ਨੇ। ਅਸੰਖ ਯੋਗ ਮਨ ਰਿਹਾ ਹੈ ਉਦਾਸ। ਤੇ ਫਿਰ ਉਹ ਆਪਣੇ ਮਨ ਵਿੱਚ ਉਦਾਸ ਹੋ ਕੇ ਰਹਿੰਦੇ ਨੇ। ਕਿਉਂਕਿ ਜਿਹੜੇ ਲੋਕ ਯੋਗ ਨੂੰ ਧਾਰਨ ਕਰਦੇ ਹਨ, ਉਹਨਾਂ ਨੂੰ ਸੰਸਾਰ ਦਾ ਮੋਹ ਤੇ ਛੱਡਣਾ ਹੀ ਪੈਂਦਾ ਸੀ। ਤੁਸੀਂ ਪੁਰਾਣੀ ਯੋਗੀਆਂ ਦੀ ਕਥਾ ਪੜ੍ਹ ਕੇ ਦੇਖੋ। ਜਿਹੜੇ ਗੋਰਖਨਾਥ ਦੇ ਅਵਲੰਬੀ ਯੋਗੀ ਸਨ, ਉਹਨਾਂ ਵਿੱਚੋਂ ਕੁਝ ਉਹ ਵੀ ਯੋਗੀ ਬਣੇ ਜਿਹੜੇ ਪਹਿਲਾਂ ਰਾਜੇ ਵੀ ਸਨ।
ਜਿਵੇਂ ਭਰਥਰੀ ਰਾਜਾ ਸੀ, ਬਾਅਦ ਵਿੱਚ ਜੋਗੀ ਬਣਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਵੀ ਉਸ ਦੀ ਵਿਚਾਰ ਹੋਈ। ਸੁਣ ਭਰਥਰ ਨਾਨਕ ਕਹੈ ਵਿਚਾਰ, ਬਾਣੀ ਵਿੱਚ ਉਸ ਦਾ ਜ਼ਿਕਰ ਆਇਆ ਹੈ। ਹੋਰ ਵੀ ਕਈ ਸਿੱਧਾਂ ਦੇ ਨਾਮ ਆਏ ਨੇ। ਗੋਪੀ ਚੰਦ ਵੀ ਜਾਂ ਗੋਪੀਨਾਥ ਵੀ ਰਾਜਾ ਸੀ ਪਹਿਲਾਂ, ਪਰ ਜਦੋਂ ਉਹਨਾਂ ਨੂੰ ਠੋਕਰ ਲੱਗੀ, ਵੈਰਾਗ ਹੋਇਆ, ਤੇ ਉਹਨਾਂ ਨੇ ਉਦਾਸਤਾਈ ਨੂੰ ਧਾਰਨ ਕੀਤਾ। ਹਜ਼ੂਰ ਕਹਿੰਦੇ ਨੇ ਅਸੰਖ ਜੋਗ ਮਨ ਰਿਹਾ ਹੈ ਉਦਾਸ। ਅਣਗਿਣਤ ਪ੍ਰਕਾਰ ਦੇ ਯੋਗ ਨੇ ਤੇ ਉਹਨਾਂ ਨੂੰ ਕਰਨ ਵਾਲੇ ਯੋਗੀ ਵੀ ਬੇਅੰਤ ਨੇ, ਜਿਹੜੇ ਆਪਣੇ ਮਨ ਵਿੱਚ ਉਦਾਸ ਹੋ ਕੇ ਵਿਚਰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ। ਇਹ ਸਦੋਗੁਣ ਸ੍ਰਿਸ਼ਟੀ ਦੀ ਵਿਚਾਰ ਹੋ ਰਹੀ ਹੈ। ਹਜ਼ੂਰ ਕਹਿੰਦੇ ਅਸੰਖ ਭਗਤ, ਅਣਗਿਣਤ ਪ੍ਰਕਾਰ ਦੇ ਭਗਤ ਨੇ। ਹੁਣ ਭਗਤਾਂ ਦਾ ਵੀ ਕੋਈ ਅੰਤ ਨਹੀਂ। ਅਸਲੀ ਭਗਤ ਉਸ ਨੂੰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਭੈ ਤੇ ਭਾਉ ਵਿੱਚ ਵਰਤਦਾ ਹੈ, ਉਹ ਭਗਤ ਹੈ। 9 ਪ੍ਰਕਾਰ ਦੀ ਭਗਤੀ ਸਰਵਣ ਸਿਮਰਨ ਔ ਕੀਰਤਨ ਪਾਠ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਣ। ਜਿਹੜਾ ਇਹ ਨਵ ਦਾ ਭਗਤੀ ਨੂੰ, ਕਿਸੇ ਵੀ ਭਗਤੀ ਨੂੰ ਕਰਦਾ, ਉਹ ਭਗਤ ਹੈ। ਇੱਕ ਪ੍ਰੇਮਾ ਭਗਤੀ ਹੈ, ਉਹ ਸਭ ਤੋਂ ਮਹਾਨ ਹੈ। ਇੱਕ ਪਰਾ ਭਗਤੀ ਹੈ, ਇਹ ਉਸ ਦੇ ਨਾਲੋਂ ਵੀ ਵੱਖਰੀ ਹੈ। ਹਜ਼ੂਰ ਕਹਿੰਦੇ ਨੇ ਅਸੰਖ ਭਗਤ, ਅਣਗਿਣਤ ਪ੍ਰਕਾਰ ਦੇ ਭਗਤ ਨੇ। ਧਰਮ ਸ਼ਾਸਤਰਾਂ ਦੇ ਵਿੱਚ 4 ਕਿਸਮ ਦੇ ਭਗਤਾਂ ਦਾ ਜ਼ਿਕਰ ਆਉਂਦਾ ਹੈ। ਇੱਕ ਆਰਤ ਭਗਤ ਹੁੰਦੇ ਨੇ, ਦੂਸਰੇ ਅਰਥਾ ਅਰਥੀ ਭਗਤ ਹੁੰਦੇ ਨੇ, ਤੀਸਰੇ ਪ੍ਰੇਮੀ ਭਗਤ ਹੁੰਦੇ ਨੇ, ਤੇ ਚੌਥੇ ਗਿਆਨਵਾਨ ਭਗਤ ਹੁੰਦੇ ਹਨ। ਆਰਤ ਭਗਤ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਦੁੱਖ ਦੀ ਖਾਤਰ ਸੰਸਾਰ ਦਾ ਮੋਹ ਛੱਡ ਕੇ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ। ਜਿਵੇਂ ਧਰੂ ਭਗਤ ਨੂੰ ਉਹਦੀ ਮਤਰੇਈ ਮਾਂ ਨੇ ਝਿੜਕਿਆ, ਉਹਨੂੰ ਦੁਰਵਾਕ ਕਹੇ, ਉਹਦਾ ਮਨ ਦੁਖੀ ਹੋਇਆ, ਰੋਂਦਾ ਰੋਂਦਾ ਆਪਣੀ ਮਾਂ ਦੇ ਕੋਲ ਆਇਆ, ਪੁੱਛਦਾ ਤੂੰ ਸੁਆਣੀ ਹੈ ਕਿ ਸਰੀਤਾ, ਤੂੰ ਪਟਰਾਣੀ ਹੈ ਕਿ ਨੌਕਰਾਣੀ ਹੈ? ਤਾਂ ਉਸਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਵਾਹਿਗੁਰੂ ਦੀ ਭਗਤੀ ਨਹੀਂ ਕਰ ਸਕੀ, ਜਿਸ ਦਾ ਸਦਕਾ ਭਾਵੇਂ ਮੈਂ ਪਟਰਾਣੀ ਹਾਂ, ਪਰ ਮੇਰੇ ਨਾਲ ਨੌਕਰਾਨੀਆਂ ਵਾਲਾ ਸਲੂਕ ਹੋ ਰਿਹਾ ਹੈ। ਧਰੂ ਨੇ ਪੁੱਛਿਆ ਕਿ ਮਾਂ, ਜੇ ਤੂੰ ਪਟਰਾਣੀ ਹੈ, ਮੈਂ ਤੇਰਾ ਪੁੱਤਰ ਹਾਂ, ਰਾਜ ਦਾ ਹੱਕ ਤਾਂ ਮੇਰਾ ਹੀ ਬਣਦਾ ਹੈ, 5 ਸਾਲ ਦਾ ਬੱਚਾ ਹੈ ਹਾਲੇ। ਮਨ ਦੁਖੀ ਹੋਇਆ, ਮਾਂ ਨੂੰ ਕਹਿਣ ਲੱਗਾ ਕਿਸ ਉਦਮ ਤੇ ਰਾਜ ਮਿਲੇ? ਮਾਂ ਹੁਣ ਮੈਨੂੰ ਉਹ ਉਦਮ ਦੱਸ, ਮੇਰਾ ਰਾਜ, ਮੇਰਾ ਹੱਕ, ਮੇਰੀ ਵਿਰਾਸਤ ਮੈਨੂੰ ਕਿਵੇਂ ਹਾਸਲ ਹੋ ਸਕਦੀ ਹੈ? ਤਾਂ ਸਿਆਣੀ ਮਾਂ ਨੇ ਉਸ ਵੇਲੇ ਇਹੀ ਗੱਲ ਆਖੀ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈਆ ਪਤਿਤ ਪੁਨੀਤਾ, ਕਿ ਐ ਪੁੱਤਰ ਤੂੰ ਵਾਹਿਗੁਰੂ ਦੀ ਭਗਤੀ ਕਰ। ਭਗਤੀ ਕਰੇਗਾ ਤੇ ਵਾਹਿਗੁਰੂ ਤੈਨੂੰ ਸਭ ਕੁਝ ਦੇਵੇਗਾ। ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਦ ਹੋ। ਧਰੂ ਭਗਤ ਨੇ ਨਾ ਤੇ ਕੋਈ ਲੜਾਈ ਲੜੀ, ਨਾ ਹੀ ਫੌਜਾਂ ਰੱਖੀਆਂ, ਨਾ ਹੀ ਕੋਈ ਹਥਿਆਰ ਖਰੀਦੇ, ਕੇਵਲ ਵਾਹਿਗੁਰੂ ਦੀ ਭਗਤੀ ਕੀਤੀ। ਭਗਤੀ ਵਿੱਚ ਸ਼ਕਤੀ ਹੈ। ਤੇ ਦੇਖ ਲਓ ਉਸ ਨੂੰ ਰਾਜ ਵੀ ਮਿਲਿਆ, ਅਮਰ ਪਦਵੀ ਵੀ ਪ੍ਰਾਪਤ ਹੋ ਗਈ। ਇਹਨੂੰ ਆਰਤ ਭਗਤ ਕਹਿੰਦੇ ਨੇ, ਜਿਹੜੇ ਦੁੱਖ ਦੇ ਮਾਰੇ ਭਗਤੀ ਕਰਦੇ ਨੇ, ਦੁਖੀ ਹੋ ਕੇ ਭਗਤੀ ਵਿੱਚ ਲੱਗਦੇ ਨੇ। ਦੂਸਰੇ ਅਰਥਾ ਅਰਥੀ ਭਗਤ ਹੁੰਦੇ ਨੇ। ਅਰਥਾ ਅਰਥੀ ਭਗਤ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਪਦਾਰਥਾਂ ਦੀ ਇੱਛਾ ਨੂੰ ਲੈ ਕੇ ਭਗਤੀ ਵਿੱਚ ਲੱਗਦੇ ਨੇ। ਕਿਸੇ ਮਹਾਂਪੁਰਖ ਦੀ ਵਡਿਆਈ ਤੇ ਪ੍ਰਤਾਪ ਤੱਕ ਲਿਆ, ਮਨ ਵਿੱਚ ਇੱਛਾ ਪੈਦਾ ਹੋਈ ਵੀ ਅਸੀਂ ਵੀ ਭਗਤੀ ਕਰੀਏ। ਜੇ ਭਗਤੀ ਕਰਕੇ ਵਾਹਿਗੁਰੂ ਪਰਮੇਸ਼ਰ ਇੰਨੀ ਦੌਲਤ, ਇੰਨੀ ਵਿਭੂਤੀ, ਇੰਨਾ ਐਸ਼ਵਰਜ, ਇੰਨਾ ਸਤਕਾਰ, ਇੰਨੀ ਪ੍ਰਤਿਸ਼ਠਾ ਦੇ ਸਕਦਾ ਹੈ, ਤੇ ਫਿਰ ਕਿਉਂ ਨਾ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ। ਕਈ ਪਦਾਰਥਾਂ ਦੀ ਇੱਛਾ ਨੂੰ ਲੈ ਕੇ
ਦੁਨੀਆ ਦੀ ਵਡਿਆਈ ਦੀ ਇੱਛਾ ਨੂੰ ਲੈ ਕੇ ਵੀ ਭਗਤੀ ਕਰਦੇ ਨੇ। ਉਹਨਾਂ ਨੂੰ ਅਰਥਾ-ਅਰਥੀ ਭਗਤ ਕਿਹਾ ਜਾਂਦਾ ਹੈ। ਜਿਵੇਂ ਸੁਦਾਮੇ ਦੀ ਗੱਲ ਆਉਂਦੀ ਹੈ, ਉਹ ਕ੍ਰਿਸ਼ਨ ਜੀ ਦਾ ਬਾਲ ਸਖਾਈ ਮਿੱਤਰ ਸੀ। ਘਰ ਦੇ ਵਿੱਚ ਬਹੁਤ ਗਰੀਬੀ ਆ ਗਈ, ਉਹਦਾ ਵੀ ਇੱਕ ਕਾਰਨ ਸੀ। ਕਹਿੰਦੇ ਨੇ ਜਦੋਂ ਸੰਦੀਪਨ ਗੁਰੂ ਦੇ ਪਾਸ ਕ੍ਰਿਸ਼ਨ ਤੇ ਸੁਦਾਮਾ ਇਕੱਠੇ ਹੀ ਬ੍ਰਹਮ ਵਿਦਿਆ ਪੜ੍ਹਦੇ ਸਨ। ਇੱਕ ਦਿਨ ਉਸ ਨੇ ਇਹਨਾਂ ਨੂੰ ਗਊਆਂ ਚਾਰਨ ਵਾਸਤੇ ਭੇਜਿਆ। ਸਿਆਲ ਦੀ ਰੁੱਤ ਸੀ। ਸੁਦਾਮੇ ਦੇ ਕੋਲੇ ਕੁਝ ਚੌਲ ਸਨ, ਹੈ ਸਨ ਥੋੜੇ। ਇਹਨੇ ਮਨ ਦੇ ਵਿੱਚ ਲਾਲਚ ਧਾਰਨ ਕੀਤਾ ਕਿ ਜੇ ਕ੍ਰਿਸ਼ਨ ਨੂੰ, ਮੇਰੇ ਦੋਸਤ ਨੂੰ ਪਤਾ ਲੱਗ ਗਿਆ, ਕਿਧਰੇ ਇਹ ਨਾ ਹੋਵੇ ਉਹ ਮੇਥੋਂ ਮੰਗ ਲਵੇ। ਉਸ ਨੇ ਕ੍ਰਿਸ਼ਨ ਜੀ ਤੋਂ ਚੋਰੀ ਝੁੰਬਲ ਵਟਾ ਜਿਹਾ ਮਾਰਿਆ ਤੇ ਆਪਦਾ ਮੂੰਹ ਲੁਕੋ ਕੇ ਚੌਲ ਖਾਣ ਲੱਗਿਆ। ਤੇ ਕ੍ਰਿਸ਼ਨ ਜੀ ਵੀ ਉੱਥੇ ਕੋਲੇ ਹੀ ਬੈਠੇ ਸਨ। ਉਹ ਕਹਿਣ ਲੱਗੇ, ਸੁਦਾਮਿਆ ਇਹ ਕੀ ਕਰ ਰਿਹਾ ਹੈ? ਕਹਿੰਦਾ ਕੁਝ ਨਹੀਂ। ਕਹਿੰਦੇ ਆ ਤੇਰੇ ਦੰਦ ਵੱਜਦੇ ਨੇ। ਕਹਿੰਦਾ ਇਹ ਤੇ ਪਾਲੇ ਨਾਲ ਦੰਦ ਵੱਜਦੇ ਨੇ। ਤਾਂ ਕ੍ਰਿਸ਼ਨ ਜੀ ਨੇ ਉਸ ਵੇਲੇ ਬਚਨ ਕਹਿ ਦਿੱਤਾ, ਜਾ ਓਏ ਦਲਿਦਰੀਆ, ਮੈਂ ਤੇਰੇ ਚੌਲਾਂ ਦਾ ਭੁੱਖਾ ਤੇ ਨਹੀਂ ਸੀ, ਪਰ ਤੂੰ ਇਹ ਗੱਲ ਚੰਗੀ ਨਹੀਂ ਕੀਤੀ। ਇੰਨੀ ਗੱਲ ਕਹਿਣ ਦੇ ਨਾਲ ਸੁਦਾਮੇ ਦੇ ਘਰ ਵਿੱਚ ਇੰਨੀ ਗਰੀਬੀ ਆ ਗਈ, ਇੰਨਾ ਦਲਿੱਦਰ ਆ ਗਿਆ, ਬਸ ਕਿਸੇ ਟਾਈਮ ਰੋਟੀ ਪੱਕਦੀ, ਕਈ ਵਾਰੀ ਫਾਕਾ ਹੀ ਕੱਟਣਾ ਪੈਂਦਾ। ਜਦੋਂ ਕ੍ਰਿਸ਼ਨ ਜੀ ਰਾਜਾ ਬਣ ਗਏ, ਦੁਆਰਕਾ ਦਾ ਰਾਜ ਭਾਗ ਉਹਨਾਂ ਨੂੰ ਮਿਲਿਆ ਤੇ ਸੁਦਾਮੇ ਦੇ ਘਰ ਵਾਲੀ ਕਹਿਣ ਲੱਗੀ, ਤੂੰ ਰੋਜ਼ ਕ੍ਰਿਸ਼ਨ ਜੀ ਦੀਆਂ ਗੱਲਾਂ ਸੁਣਾਉਣਾ ਹੈ ਵੀ ਉਹ ਮੇਰੇ ਬਾਲ ਸਖਾਈ ਮਿੱਤਰ ਨੇ, ਮੇਰਾ ਉਹਨਾਂ ਦੇ ਨਾਲ ਬੜਾ ਪਿਆਰ ਹੁੰਦਾ ਸੀ, ਉਹ ਅੱਜ ਰਾਜੇ ਬਣੇ ਹੋਏ ਨੇ, ਤੂੰ ਕਿਉਂ ਨਹੀਂ ਉਹਨਾਂ ਦੇ ਪਾਸ ਜਾ ਕੇ ਆਪਣਾ ਦੁੱਖ ਦੱਸਦਾ? ਉਹ ਤੇਰੀ ਗਰੀਬੀ ਨੂੰ ਦੂਰ ਕਰ ਸਕਦੇ ਨੇ। ਸੁਦਾਮਾ ਹਰ ਵੇਲੇ ਕ੍ਰਿਸ਼ਨ ਜੀ ਨੂੰ ਯਾਦ ਕਰਨ ਲੱਗਿਆ, ਪਰ ਮਨ ਹੀ ਮਨ ਦੇ ਵਿੱਚ ਆਪਣੀ ਉਸ ਗਲਤੀ ਨੂੰ ਵੀ ਕੋਸਦਾ ਕਿ ਮਨਾ, ਜੇ ਤੂੰ ਉਸ ਵੇਲੇ ਸੱਚ ਬੋਲ ਪੈਂਦਾ, ਸੱਚ ਦੱਸ ਦਿੰਦਾ ਤੇ ਆਹ ਦਿਨ ਤੈਨੂੰ ਨਾ ਦੇਖਣੇ ਪੈਂਦੇ। ਫਿਰ ਮਨ ਵਿੱਚ ਖਿਆਲ ਆਇਆ, ਗੱਲ ਤੇ ਸਾਰੀ ਚੌਲਾਂ ਦੀ ਹੀ ਸੀ ਨਾ। ਚਲੋ ਮੈਂ ਆਪਣੀ ਗਲਤੀ ਭੁੱਲ ਬਖਸ਼ਾਉਣ ਦੇ ਲਈ ਹੁਣ ਜੇ ਮੈਂ ਚਲਿਆ ਜਾਵਾਂ, ਕ੍ਰਿਸ਼ਨ ਜੀ ਇੱਕ ਬੜੇ ਵੱਡੇ ਮਹਾਂਪੁਰਖ ਨੇ, ਅਵਤਾਰੀ ਪੁਰਖ ਨੇ, ਉਹ ਮੇਰੀ ਗਲਤੀ ਨੂੰ ਜ਼ਰੂਰ ਮੁਆਫ ਕਰ ਦੇਣਗੇ। ਮਨ ਵਿੱਚ ਭਰੋਸਾ ਲੈ ਕੇ, ਸ਼ਰਧਾ ਪਿਆਰ ਲੈ ਕੇ ਤੇ ਨਾਲ ਹੀ ਆਪਣਾ ਗਰੀਬੀ ਦਾ ਦੁੱਖ, ਦਲਿੱਦਰ ਦਾ ਦੁੱਖ ਦੂਰ ਕਰਨ ਦੇ ਲਈ ਸੁਦਾਮਾ ਦੁਆਰਕਾ ਵਿੱਚ ਪਹੁੰਚਿਆ। ਫਟੇ ਪੁਰਾਣੇ ਕੱਪੜੇ ਨੇ, ਇੱਕ ਆਪਣੇ ਪੱਲੇ ਥੋੜੇ ਜਿਹੇ ਚੌਲ ਬੰਨੇ ਹੋਏ ਨੇ, ਕਿਉਂਕਿ ਹੈ ਤੇ ਗਰੀਬੀ ਸੀ, ਹੁਣ ਹੋਰ ਕੀ ਵਿਚਾਰਾ ਲਿਜਾ ਸਕਦਾ ਸੀ। ਜਦੋਂ ਕ੍ਰਿਸ਼ਨ ਜੀ ਦੇ ਪਾਸ ਦੁਆਰਕਾ ਵਿੱਚ ਆਇਆ ਤੇ ਆ ਕੇ ਦਸਤਕ ਦਿੱਤੀ ਤਾਂ ਅੱਗੋਂ ਦਰਵਾਨਚੀ ਨੇ ਪੁੱਛਿਆ, ਬਈ ਤੂੰ ਕੌਣ ਹੈ? ਉਹ ਕਹਿਣ ਲੱਗਾ, ਮੈਂ ਸੁਦਾਮਾ ਹਾਂ, ਕ੍ਰਿਸ਼ਨ ਜੀ ਦਾ ਬਾਲ ਸਖਾਈ ਮਿੱਤਰ ਹਾਂ। ਤੁਸੀਂ ਜਾ ਕੇ ਮੇਰਾ ਇਹ ਸੰਦੇਸ਼ ਦਿਓ ਕਿ ਸੁਦਾਮਾ ਤੁਹਾਨੂੰ ਮਿਲਣ ਵਾਸਤੇ ਆਇਆ। ਜਦੋਂ ਕ੍ਰਿਸ਼ਨ ਜੀ ਨੇ ਇਹ ਗੱਲ ਸੁਣੀ, ਆਪਣੇ ਸਿੰਘਾਸਨ ਨੂੰ ਛੱਡ ਕੇ ਨੰਗੇ ਪੈਰੀਂ ਸੁਦਾਮੇ ਦੀ ਆਓ ਭਗਤ ਕਰਨ ਲਈ ਪਹੁੰਚੇ। ਆਪਣੇ ਹੱਥ ਵਿੱਚ ਜਲ ਲਿਆ, ਉਹਦੇ ਪੈਰ ਧੋਤੇ, ਉਹਦਾ ਸਤਿਕਾਰ ਕੀਤਾ ਤੇ ਉਸ ਦੀ ਬਾਂਹ ਫੜ ਕੇ, ਹੱਥ ਵਿੱਚ ਹੱਥ ਫੜ ਕੇ ਉਸ ਨੂੰ ਆਪਣੇ ਨਾਲ ਲੈ ਕੇ ਆਏ ਤੇ ਜਿੱਥੇ ਆਪਣਾ ਸਿੰਘਾਸਨ ਸੀ ਉਹਦੇ ਉੱਤੇ ਆਪਣੇ ਬਰਾਬਰ ਸੁਦਾਮੇ ਨੂੰ ਬਿਠਾਇਆ। ਇੰਨਾ ਸਤਿਕਾਰ ਕੀਤਾ, ਇੰਨਾ ਪਿਆਰ ਕੀਤਾ ਤੇ ਸੁਦਾਮਾ ਬਹੁਤ ਹੈਰਾਨ। ਆਖੀਰ ਕ੍ਰਿਸ਼ਨ ਜੀ ਨੇ ਬੜੇ ਪਿਆਰ ਦੇ ਵਿੱਚ ਪੁੱਛਿਆ, ਕਹਿਣ ਲੱਗੇ, ਸੁਦਾਮਿਆ ਮੇਰੇ ਲਈ ਕੀ ਲੈ ਕੇ ਆਇਆ? ਤਾਂ ਉਸਨੇ ਸੰਗਦੇ ਸੰਗਦੇ ਚੌਲਾਂ ਦੀ ਪੋਟਲੀ ਮੂਹਰੇ ਕਰ ਦਿੱਤੀ। ਕਹਿਣ ਲੱਗਾ, ਮੈਂ ਗਰੀਬ ਹਾਂ, ਹੋਰ ਤੇ ਮੇਰੇ ਪਾਸ ਲਿਆਉਣ ਵਾਸਤੇ ਕੁਝ ਵੀ ਨਹੀਂ ਸੀ, ਬਸ ਮੈਂ ਤੇ ਥੋੜੇ ਜਿਹੇ ਚੌਲ ਲੈ ਕੇ ਆਇਆ ਹਾਂ। ਕ੍ਰਿਸ਼ਨ ਭਗਵਾਨ ਜੀ ਨੇ ਗੋਬਿੰਦ ਪਾਓ ਭਗਤ ਦਾ ਭੁੱਖਾ, ਉਹਦੇ ਪਿਆਰ ਦੀ ਕਦਰ ਕੀਤੀ। ਉਹੀ ਚੌਲ ਜਿਹੜੇ ਕ੍ਰਿਸ਼ਨ ਜੀ ਵਾਸਤੇ ਲੈ ਕੇ ਆਇਆ, ਉਹਨਾਂ ਨੇ ਪੋਟਲੀ ਦੀ ਗੰਢ ਖੋਲੀ ਔਰ ਉਹ ਚੌਲ ਖਾਧੇ
ਤੇ ਕਹਿਣ ਲੱਗੇ, ਸੁਦਾਮਿਆ ਤੇਰੇ ਚੌਲ ਇੰਨੇ ਸਵਾਦੀ ਨੇ ਔਰ ਇੰਨੇ ਟੇਸਟੀ ਨੇ, ਮੈਂ ਇਹੋ ਜਿਹੇ ਚੌਲ ਕਦੇ ਖਾਧੇ ਹੀ ਨਹੀਂ। ਬਸ ਕਹਿਣ ਲੱਗੇ, ਸੁਦਾਮਿਆ ਤੂੰ ਅੱਗੇ ਚੌਲ ਕੱਲੇ ਨੇ ਖਾਧੇ ਸੀ, ਇਸ ਲਈ ਤੇਰੇ ਘਰ ਵਿੱਚ ਦਲਿੱਦਰ ਆ ਗਿਆ, ਗਰੀਬੀ ਆ ਗਈ। ਹੁਣ ਤੂੰ ਚੌਲ ਸਾਨੂੰ ਖਵਾਏ ਨੇ, ਹੁਣ ਤੇਰੀ ਗਰੀਬੀ ਦੂਰ ਹੋ ਗਈ, ਤੇਰਾ ਦਲਿੱਦਰ ਵੀ ਦੂਰ ਹੋ ਗਿਆ। ਇੰਨੇ ਬਚਨ ਕਹਿਣ ਦੀ ਦੇਰ ਸੀ, ਉਸੇ ਵੇਲੇ ਸੁਦਾਮੇ ਦੇ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ ਆ ਗਈਆਂ ਤੇ ਘਰ ਨੂੰ ਭਾਗ ਲਾਗੇ, ਦੌਲਤ ਦਾ ਕੋਈ ਅੰਤ ਨਹੀਂ ਰਿਹਾ। ਇਉਂ ਹੀ ਅਰਥੀ ਭਗਤ ਹੁੰਦੇ ਨੇ, ਜਿਹੜੇ ਕਿਸੇ ਪਦਾਰਥ ਦੀ ਇੱਛਾ ਨੂੰ ਲੈ ਕੇ ਭਗਤੀ ਕਰਦੇ ਨੇ। ਬਹੁਤ ਸਾਰੇ ਗੁਰਸਿੱਖਾਂ ਨੇ ਵੀ ਇਸ ਤਰ੍ਹਾਂ ਭਗਤੀ ਕੀਤੀ, ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਮਾਲਾ ਮਾਲ ਕੀਤਾ। ਤੀਸਰੇ ਨੰਬਰ ਤੇ ਪ੍ਰੇਮੀ ਭਗਤ ਹੁੰਦੇ ਨੇ। ਜਿਹੜੇ ਪ੍ਰੇਮੀ ਭਗਤ ਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਇੱਛਾ ਹੁੰਦੀ ਹੈ ਤੇ ਨਾ ਹੀ ਕੋਈ ਦੁੱਖ ਹੁੰਦਾ ਹੈ। ਉਹਨਾਂ ਦੇ ਅੰਦਰ ਇੱਕ ਪ੍ਰੇਮ ਹੁੰਦਾ ਹੈ, ਬਸ ਵਾਹਿਗੁਰੂ ਦਾ ਨਾਮ ਜਪਦੇ ਨੇ। ਜਿਹੜੇ ਪ੍ਰੇਮੀ ਭਗਤ ਨੇ ਤੇ ਉਹਨਾਂ ਦਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬਹੁਤਾ ਸਤਿਕਾਰ ਹੁੰਦਾ ਹੈ। ਇਸ ਲਈ ਪ੍ਰੇਮੀ ਭਗਤਾਂ ਦੀ ਗਿਣਤੀ ਘੱਟ ਹੁੰਦੀ ਹੈ ਤੇ ਦੂਸਰੇ ਜਿਹੜੇ ਭਗਤ ਨੇ ਉਹਨਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਤੀਸਰੇ ਹੁੰਦੇ ਨੇ ਗਿਆਨਵਾਨ ਭਗਤ। ਜਿਹੜੇ ਗਿਆਨਵਾਨ ਭਗਤ ਹੁੰਦੇ ਹਨ, ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ, ਪਰ ਉਹ ਫਿਰ ਵੀ ਰੱਬ ਦਾ ਨਾਮ ਲੈਂਦੇ ਨੇ, ਫਿਰ ਵੀ ਉਹ ਭਗਤੀ ਕਰਦੇ ਨੇ ਔਰ ਉਹਨਾਂ ਨੂੰ ਗਿਆਨਵਾਨ ਭਗਤ ਕਿਹਾ ਜਾਂਦਾ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸਾਡੇ ਸਿੱਖ ਇਤਿਹਾਸ ਦੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ, ਉਹ ਤੇ ਸਮਾਧੀ ਵਿੱਚ ਹੀ ਬੈਠੇ ਰਹਿਣ, ਨਾ ਕਦੀ ਖਾਣਾ, ਨਾ ਕਦੀ ਇਸ਼ਨਾਨ ਕਰਨਾ, ਨਾ ਕੁਝ ਹੋਰ। ਜਦੋਂ ਸਿੱਖਾਂ ਨੇ ਵੇਖਿਆ, ਸਤਿਗੁਰੂ ਦੇ ਕੋਲ ਦੱਸਿਆ, ਕਹਿਣ ਲੱਗੇ, ਮਹਾਰਾਜ ਤੁਸੀਂ ਬਾਬੇ ਬੁੱਢੇ ਨੂੰ ਕੀ ਦੇ ਦਿੱਤਾ ਹੈ? ਉਹ ਤੇ ਸਾਰਾ ਹੀ ਧਰਮ ਕਰਮ ਛੱਡ ਬੈਠਾ ਹੈ। ਇਹ ਗੱਲ ਸੁਣ ਕੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਆਏ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਕਹਿਣ ਲੱਗੇ, ਬਾਬਾ ਜੀ ਠੀਕ ਹੈ, ਤੁਹਾਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ, ਪਰ ਤੁਹਾਨੂੰ ਆਪਣਾ ਧਰਮ ਕਰਮ ਨਿਤਨੇਮ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਨਹੀਂ ਛੱਡਣਾ ਚਾਹੀਦਾ। ਤਾਂ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਤੁਹਾਡੀ ਬਾਣੀ ਵਿੱਚ ਇਹ ਪੜ੍ਹਿਆ ਹੈ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਬਈ ਲੋਕੀ ਗਿਆਨ ਦੀ ਪ੍ਰਾਪਤੀ ਲਈ ਕਰਮਾਂ ਦਾ ਅਭਿਆਸ ਕਰਦੇ ਨੇ, ਪਰ ਜਦੋਂ ਗਿਆਨ ਹੋ ਜਾਂਦਾ ਫਿਰ ਕਰਮ ਤੇ ਨਾਸ ਹੋ ਜਾਂਦੇ ਨੇ। ਇਸ ਲਈ ਹੁਣ ਮੈਨੂੰ ਧਰਮ ਕਰਮ ਕਰਨ ਦੀ ਕੀ ਲੋੜ ਰਹਿ ਗਈ? ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬੁਲਾਏ। ਫਲ ਵਾਸਤੇ ਸਾਰੀ ਬਨਸਪਤੀ ਖਿੜਦੀ ਹੈ, ਪ੍ਰਫੁੱਲਤ ਹੁੰਦੀ ਹੈ, ਤੇ ਜਦੋਂ ਉਸ ਨੂੰ ਫਲ ਲੱਗ ਜਾਂਦਾ ਹੈ ਤੇ ਫੁੱਲ ਆਲੋਪ ਹੋ ਜਾਂਦੇ ਨੇ। ਇਸ ਲਈ ਹੁਣ ਧਰਮ ਕਰਮ ਕਰਨ ਦੀ ਕੀ ਲੋੜ ਹੈ? ਤੀਜੀ ਬਾਣੀ ਵਿੱਚ ਉਦਾਹਰਣ ਆਈ ਹੈ, ਕਿਰਤ ਕਾਰਨ ਦਦ ਮਥੈ ਸਿਆਣ, ਜੀਵਨ ਮੁਕਤ ਸਦਾ ਨਿਰਮਾਣ। ਸਿਆਣ ਦਾ ਅਰਥ ਹੈ ਸਿਆਣੀਆਂ ਮਾਈਆਂ ਬੀਬੀਆਂ। ਕਿਰਤ ਕਾਰਨ ਦਦ ਮਥੈ ਸਿਆਣ, ਉਹ ਘਿਓ ਦੀ ਪ੍ਰਾਪਤੀ ਲਈ ਦਹੀਂ ਨੂੰ ਰੜਕਦੀਆਂ ਨੇ, ਬਈ ਸਾਨੂੰ ਘਿਓ ਮਿਲ ਜਾਵੇ, ਮੱਖਣ ਲੱਭ ਜਾਵੇ। ਤੇ ਜਦੋਂ ਮੱਖਣ ਕੱਢ ਲਿਆ ਮਗਰ ਲੱਸੀ ਰਹਿ ਗਈ, ਉਹਨੂੰ ਰੜਕਣ ਦੀ ਕੀ ਲੋੜ ਰਹਿ ਜਾਂਦੀ? ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਹੁਣ ਤੇ ਮੈਂ ਮੱਖਣ ਕੱਢ ਲਿਆ, ਹੁਣ ਮੈਨੂੰ ਹੋਰ ਧਰਮ ਕਰਮ ਨਿਤਨੇਮ ਕਰਨ ਦੀ ਕੀ ਲੋੜ ਹੈ? ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਬਾਬਾ ਜੀ ਗੁਰਮਤਿ ਦਾ ਇਹ ਅਸੂਲ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉਠ ਹਰ ਨਾਮ ਤੇ ਆਵੈ। ਗੁਰਸਿੱਖੀ ਦਾ ਅਸੂਲ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਆਰੋਗਾ। ਬਾਬਾ ਜੀ ਤੁਹਾਡੀ ਇਹ ਵੀ ਗੱਲ ਠੀਕ ਹੈ,
ਵੀ ਗਿਆਨ ਲਈ ਸਾਰੇ ਸਾਧਨ ਹੁੰਦੇ ਨੇ, ਤੇ ਹੁਣ ਭਾਵੇਂ ਤੁਹਾਨੂੰ ਕਿਸੇ ਹੋਰ ਧਰਮ ਕਰਮ ਦੀ ਲੋੜ ਨਹੀਂ ਰਹਿ ਗਈ, ਪਰ ਯਾਦ ਰੱਖੋ ਬਹੁਤ ਸਾਰੇ ਐਸੇ ਜਗਿਆਸੂ ਹੋਣਗੇ ਜਿਹੜੇ ਤੁਹਾਡੇ ਕੋਲ ਆਉਣਗੇ। ਉਹਨਾਂ ਨੇ ਤੁਹਾਡੀ ਕਰਨੀ ਨੂੰ ਵੇਖਣਾ ਹੈ, ਤੁਹਾਡੀ ਰਹਿਣੀ ਨੂੰ ਦੇਖਣਾ ਹੈ, ਤੁਹਾਡੇ ਲਿਬਾਸ ਨੂੰ ਦੇਖਣਾ ਹੈ। ਜੇ ਤੁਹਾਡੀ ਕਰਨੀ ਗੁਰਮਤ ਦੇ ਅਨੁਸਾਰ ਹੋਵੇਗੀ ਤੇ ਉਹਨਾਂ ਨੇ ਵੀ ਗੁਰਮਤ ਦੇ ਧਾਰਨੀ ਹੋ ਜਾਣਾ। ਜੇ ਤੁਹਾਡੀ ਕਰਨੀ ਹੋਰ ਹੋਈ, ਚਾਹੇ ਤੁਸੀਂ ਬ੍ਰਹਮ ਗਿਆਨੀ ਵੀ ਬਣ ਗਏ, ਲੋਕਾਂ ਦਾ ਭਲਾ ਨਹੀਂ ਜੇ ਹੋਣਾ। ਇਸ ਗੱਲ ਨੂੰ ਯਾਦ ਰੱਖਿਓ। ਇਉਂ ਗਿਆਨੀ ਭਗਤ ਉਹ ਨੇ ਜਿਹੜੇ ਗਿਆਨ ਪ੍ਰਾਪਤ ਕਰਕੇ ਵੀ ਫਿਰ ਆਪਣਾ ਧਰਮ ਕਰਮ ਨਿਤਨੇਮ ਹਮੇਸ਼ਾ ਲਈ ਨਿਭਾਉਂਦੇ ਨੇ। ਸੋ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੰਖ ਭਗਤ ਅਣਗਿਣਤ ਪ੍ਰਕਾਰ ਦੇ ਭਗਤ ਨੇ, ਗੁਣ ਗਿਆਨ ਵਿਚਾਰ ਜਿਹੜੇ ਗੁਣਾਂ ਦੀ ਅਤੇ ਗਿਆਨ ਦੀ ਵਿਚਾਰ ਵੀ ਕਰਦੇ ਨੇ। ਜਿਹੜੇ ਭਗਤ ਨੇ ਵਾਹਿਗੁਰੂ ਦੇ ਗੁਣਾਂ ਦੀ, ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ। ਵਾਹਿਗੁਰੂ ਦੇ ਗੁਣ ਨੇ। ਭਗਤ ਜਨ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਤੇ ਨਾਲ ਗਿਆਨ ਦੀ ਵੀ ਵਿਚਾਰ ਕਰਦੇ ਹਨ। ਅਸੰਖ ਸਤੀ ਅਸੰਖ ਦਾਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤੋ ਗੁਣ ਸ੍ਰਿਸ਼ਟੀ ਦੇ ਅੰਦਰ ਅਸੰਖ ਸਤੀ, ਅਣਗਿਣਤ ਸਤੀ ਦਾ ਅਰਥ ਹੈ ਸਤ ਪ੍ਰਤੱਗੀ ਨੇ, ਜਿਨ੍ਹਾਂ ਨੇ ਇਹ ਨਿਯਮ ਕੀਤਾ ਹੋਇਆ ਵੀ ਕਦੇ ਝੂਠ ਨਹੀਂ ਬੋਲਣਾ। ਪਰ ਅਸੀਂ ਹੈ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ, ਜਿਨ੍ਹਾਂ ਦੀ ਰਸਨਾ ਤੇ ਕਦੇ ਝੂਠ ਨਹੀਂ ਆਉਂਦਾ। ਅਸੰਖ ਸਤੀ ਉਹ ਅਣਗਿਣਤ ਪ੍ਰਕਾਰ ਦੇ ਸਤ ਪ੍ਰਤੱਗੀ ਲੋਕ ਵੀ ਹਨ, ਜਿਹੜੇ ਹਮੇਸ਼ਾ ਸੱਚ ਦੀ ਟੇਕ ਰਹਿੰਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਦੀ ਬਾਣੀ ਤੇ ਭਰੋਸਾ ਹੈ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਇਹੋ ਜਿਹੇ ਵੀ ਅਣਗਿਣਤ ਨੇ। ਅਸੰਖ ਦਾਤਾਰ ਤੇ ਅਣਗਿਣਤ ਉਹ ਲੋਕ ਨੇ ਜਿਹੜੇ ਦਾਤਾਰ ਦਾਤੇ ਬਣ ਕੇ ਦਾਤਾਂ ਵੰਡਦੇ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ 4 ਪ੍ਰਕਾਰ ਦੇ ਦਾਤਿਆਂ ਦਾ ਜ਼ਿਕਰ ਕੀਤਾ ਹੈ। 4 ਪ੍ਰਕਾਰ ਦੇ ਦਾਤੇ ਕਿਹੜੇ ਨੇ? ਇੱਕ ਤਾਂ ਉਹ ਸਤੀ ਨੇ, ਸਤ ਪ੍ਰਤੱਗੀ ਨੇ। ਸਤੀ ਦੇ ਸੰਤੋਖੀ ਖਾਏ, ਤਉ ਨਾਨਕ ਦਰ ਦੀ ਦਾਰ ਸਮਾਏ। ਜਿਹੜੇ ਸਤੀ ਨੇ ਉਹ ਦਿੰਦੇ ਨੇ ਤੇ ਸੰਤੋਖੀ ਲੈ ਕੇ ਛਕਦੇ ਨੇ। ਇਹੋ ਜਿਹੇ ਤਾਂ ਬਹੁਤ ਘੱਟ ਹੀ ਹੋਣਗੇ, ਪਰ ਬਹੁਤੇ ਦਾਤੇ ਇਹੋ ਜਿਹੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਵਡਿਆਈ ਦੀ ਇੱਛਾ ਹੁੰਦੀ ਹੈ। ਹਜ਼ੂਰ ਦੇ ਬਚਨ ਆਉਂਦੇ ਨੇ, ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਪਹਿਲੀ ਕਿਸਮ ਦੇ ਉਹ ਦਾਤੇ ਨੇ ਜਿਹੜੇ ਦਾਨ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ। ਦਾਨ ਕਰਦੇ ਨੇ ਪਰ ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਕੁਝ ਐਸੇ ਦਾਤੇ ਨੇ ਦੇਣਾ ਕਹਿ ਵਿਚਾਰੇ, ਦੂਸਰੀ ਕਿਸਮ ਦੇ ਹਨ, ਜਿਹੜੇ ਦੇਣ ਦੀ ਵਿਚਾਰ ਵਿੱਚ ਪਏ ਰਹਿੰਦੇ ਨੇ। ਉਹ ਕਹਿੰਦੇ ਨੇ ਜੇ ਇੰਨਾ ਸਾਨੂੰ ਰੱਬ ਨੇ ਦੇ ਦਿੱਤਾ ਤੇ ਅਸੀਂ ਇਹਦੇ ਵਿੱਚੋਂ ਇੰਨਾ ਦਾਨ ਕਰਾਂਗੇ। ਉਹ ਦੇਣ ਦੀ ਵਿਚਾਰ ਵਿੱਚ ਪਏ ਰਹਿੰਦੇ ਨੇ। ਜਿਹੜੇ ਉੱਤਮ ਦਾਤੇ ਨੇ ਉਹ ਤੇ ਦਾਨ ਕਰਕੇ ਵੀ ਰੱਬ ਕੋਲੋਂ ਕੁਝ ਨਹੀਂ ਮੰਗਦੇ, ਕਿਸੇ ਕੋਲੋਂ ਵੀ ਕੁਝ ਨਹੀਂ ਮੰਗਦੇ। ਉਹ ਤੇ ਸੰਤੁਸ਼ਟ ਹੋ ਜਾਂਦੇ ਨੇ, ਸਬਰ ਤੇ ਸ਼ੁਕਰ ਦੇ ਵਿੱਚ ਰਹਿੰਦੇ ਨੇ। ਤੇ ਦੂਸਰੀ ਕਿਸਮ ਦੇ ਉਹ ਦਾਤੇ ਨੇ ਦੇਣਾ ਕਹਿ ਵਿਚਾਰ, ਜਿਹੜੇ ਦੇਣ ਦੀ ਵਿਚਾਰ ਦੇ ਵਿੱਚ ਪਏ ਰਹਿੰਦੇ ਨੇ ਵੀ ਅਸੀਂ ਹੁਣ ਇੰਨਾ ਕੁ ਦਾਨ ਕੀਤਾ ਤੇ ਜੇ ਇੰਨਾ ਰੱਬ ਦੇਊਗਾ ਤੇ ਇੰਨਾ ਹੋਰ ਅਸੀਂ ਦਾਨ ਕਰ ਦੇਵਾਂਗੇ। ਇਹੋ ਜਿਹੀ ਵਿਚਾਰ ਵਾਲੇ ਵੀ ਦੂਸਰੀ ਕਿਸਮ ਦੇ ਦਾਤੇ ਨੇ। ਤੀਸਰੀ ਕਿਸਮ ਦੇ ਦਾਤੇ ਉਹ ਨੇ ਦੇ ਮੰਗੈ ਸਹਿਸਾ ਗੁਣਾ, ਜਿਹੜੇ ਕਿਸੇ ਨੂੰ ਦੇ ਕੇ ਤੇ ਫਿਰ ਉਹਦਾ ਫਲ 1000 ਗੁਣਾ ਮੰਗਦੇ ਨੇ। ਜਿਵੇਂ ਆਮ ਤੌਰ ਤੇ ਕਿਸੇ ਵਿਦਵਾਨ ਨੇ ਲਿਖਿਆ ਹੈ, ਕਈ ਇਹੋ ਜਿਹੇ ਲੋਕ ਨੇ ਜਿਹੜੇ ਥੇਲੀ ਵਟੇ ਹਵੇਲੀ, ਗੰਢੇ ਵਟੇ ਸੰਡਾ ਮੰਗਦੇ ਨੇ। ਦੇ ਮੰਗੈ ਸਹਿਸਾ ਗੁਣਾ, ਸੇਵਾ ਥੋੜੀ ਮੰਗਣ ਬਹੁਤਾ। ਥੋੜੀ ਜੀ ਸੇਵਾ ਕਰਨੀ ਤੇ ਮੰਗ ਬਹੁਤਾ ਕੁਝ ਲੈਣਾ।
ਇਹੋ ਜਿਹੇ ਵੀ ਮੰਗਤੇ ਨੇ ਤੀਸਰੀ ਕਿਸਮ ਦੇ। ਸੋਭ ਕਰੇ ਸੰਸਾਰ, ਤੀਜੀ ਕਿਸਮ ਦੇ ਉਹ ਮੰਗਤੇ ਨੇ ਜਿਹੜੇ ਇਸ ਲਈ ਦਾਨ ਕਰਦੇ ਨੇ ਬਈ ਉਹਨਾਂ ਦੀ ਦੁਨੀਆ ਦੇ ਵਿੱਚ ਸ਼ੋਭਾ ਹੋਵੇ। ਕਿ ਇਹੋ ਜਿਹੇ ਵੀ ਲੋਕ ਨੇ ਜੇ ਕੋਈ ਉਹ ਦਾਨ ਕਰ ਦੇਣ ਤੇ ਕਿਧਰੇ ਉਹਨਾਂ ਦਾ ਕੋਈ ਨਾਂ ਲੈਣਾ ਭੁੱਲ ਜਾਵੇ ਤੇ ਉੱਥੇ ਹੀ ਰੌਲਾ ਪਾ ਲੈਂਦੇ ਨੇ। ਇਹੋ ਜਿਹੇ ਵੀ ਦਾਤੇ ਨੇ। ਸੋਭ ਕਰੇ ਸੰਸਾਰ, ਜਿਨ੍ਹਾਂ ਨੂੰ ਕੇਵਲ ਵਡਿਆਈ ਦੀ ਭੁੱਖ ਹੁੰਦੀ ਹੈ, ਸਾਡੀ ਵਡਿਆਈ ਹੋਵੇ। ਆ ਜਿਹੜੇ ਵੱਡੇ ਵੱਡੇ ਮਾਇਆਧਾਰੀ ਨੇ, ਜਿੱਥੇ ਲੋੜ ਹੈ ਉੱਥੇ ਉਹ ਕਿਸੇ ਨੂੰ ਕੁਛ ਦੇ ਕੇ ਨਹੀਂ ਰਾਜੀ, ਕੌਡੀ ਨਹੀਂ ਦੇ ਕੇ ਰਾਜੀ। ਜਿੱਥੇ ਉਹਨਾਂ ਨੂੰ ਪਤਾ ਹੋਵੇ ਵੀ ਸਾਡਾ ਅਖਬਾਰਾਂ ਵਿੱਚ ਨਾਂ ਆਵੇਗਾ, ਇਸ਼ਤਿਹਾਰ ਛਪਣਗੇ, ਤੇ ਉੱਥੇ ਉਹ ਜਾ ਜਾ ਕੇ ਦਾਨ ਕਰਦੇ ਨੇ। ਇਹੋ ਜਿਹੇ ਵੀ ਦਾਤੇ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸਲੀ ਦਾਤੇ ਉਹ ਹੁੰਦੇ ਨੇ ਵੀ ਜਿਹੜੇ ਛੁਪਾ ਕੇ ਦਾਨ ਕਰਦੇ ਨੇ, ਕਿਸੇ ਨੂੰ ਦੱਸਦੇ ਤੱਕ ਵੀ ਨਹੀਂ। ਦਾਨ ਇਸ ਢੰਗ ਦੇ ਨਾਲ ਕਰਨਾ ਚਾਹੀਦਾ। ਮਹਾਂਪੁਰਖ ਦੱਸਦੇ ਸਨ ਬਈ ਤੁਸੀਂ ਜੇ ਸੱਜੇ ਹੱਥ ਨਾਲ ਦਾਨ ਕੀਤਾ, ਖੱਬੇ ਹੱਥ ਨੂੰ ਪਤਾ ਨਾ ਲੱਗੇ। ਉਸ ਦਾਨ ਦਾ ਫਲ ਸਭ ਤੋਂ ਵਧੇਰੇ ਪ੍ਰਾਪਤ ਹੁੰਦਾ ਹੈ। ਇਸ ਲਈ ਐਵੇਂ ਫੋਕੀਆਂ ਵਡਿਆਈਆਂ ਦੇ ਵਿੱਚ ਪੈ ਕੇ ਦਾਨ ਕਰਨਾ ਇਹ ਕੋਈ ਗੁਰਮਤਿ ਦਾ ਅਸੂਲ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਅਸੰਖ ਸਤੀ ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦੇ ਸਤੀ ਦਾਨੀ ਹਨ, ਜਾਂ ਸਤੀ ਦਾ ਅਰਥ ਹੈ ਸੱਚ ਪਰਤੱਗੀ ਹਨ। ਤੇ ਅਸੰਖ ਦਾਤਾਰ ਤੇ ਅਣਗਿਣਤ ਪ੍ਰਕਾਰ ਦੇ ਦਾਤੇ ਨੇ ਜਿਹੜੇ ਹਮੇਸ਼ਾ ਲਈ ਦਾਤਾਂ ਹੀ ਵੰਡਦੇ ਰਹਿੰਦੇ ਹਨ। ਅਸੰਖ ਸੂਰ ਮੋਹ ਪਖਸਾਰ। ਹਜ਼ੂਰ ਕਹਿੰਦੇ ਨੇ ਅਣਗਿਣਤ ਉਹ ਸੂਰਮੇ ਨੇ ਜਿਹੜੇ ਮੋਹ ਪਖਸਾਰ, ਜਿਹੜੇ ਆਪਣੇ ਮੂੰਹ ਉੱਤੇ, ਸਾਰ ਦਾ ਅਰਥ ਹੈ ਲੋਹੇ ਨੂੰ, ਪੱਖ ਦਾ ਅਰਥ ਹੈ ਖਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਸਾਹਮਣੇ ਜੰਗ ਦੇ ਹੋ ਕੇ ਲੜਦੇ ਨੇ, ਮੂੰਹ ਉੱਤੇ ਸ਼ਸਤਰਾਂ ਦੇ ਵਾਰ ਸਹਿੰਦੇ ਨੇ, ਐਸੇ ਵੀ ਸੂਰਮੇ ਨੇ। ਅਸਲੀ ਸੂਰਮਾ ਉਹੀ ਹੁੰਦਾ ਹੈ ਜਿਹੜਾ ਜੰਗ ਦੇ ਵਿੱਚ ਕਦੇ ਪਿੱਠ ਨਹੀਂ ਦਿਖਾਉਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਧਰਮੀ ਸੂਰਮੇ ਦਾ ਇਹ ਆਦਰਸ਼ ਲਿਖਿਆ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਸੂਰਮੇ ਵੀ ਸਤੋਗੁਣ ਸ੍ਰਿਸ਼ਟੀ ਵਿੱਚ ਆਉਂਦੇ ਨੇ, ਜਿਹੜੇ ਧਰਮ ਦੀ ਖਾਤਰ ਲੜਦੇ ਨੇ, ਜਾਨਾਂ ਵਾਰਦੇ ਨੇ। ਅਸੰਖ ਸੂਰ ਮੋਹ ਪਖਸਾਰ, ਜਿਹੜੇ ਆਪਣੇ ਮੂੰਹ ਉਤੇ ਲੋਹੇ ਦੀ ਮਾਰ ਨੂੰ ਖਾਂਦੇ ਨੇ, ਸ਼ਸਤਰਾਂ ਦੇ ਵਾਰ ਸਹਾਰਦੇ ਨੇ, ਗੋਲੀਆਂ ਖਾਂਦੇ ਨੇ। ਵੀ ਐਸੇ ਵੀ ਧਰਮੀ ਸੂਰਮੇ ਅਣਗਿਣਤ ਨੇ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਆਖਿਆ ਸੀ ਸੂਰਮੇ ਦੇ ਦੋਵਾਂ ਹੱਥਾਂ ਵਿੱਚ ਲੱਡੂ ਹੁੰਦੇ ਨੇ। ਜੇ ਜਿੱਤ ਜਾਣ ਦੁਨੀਆ ਦਾ ਸੁੱਖ ਭੋਗਦੇ ਨੇ, ਰਾਜ ਭਾਗ ਤੇ ਸਰਦਾਰੀਆਂ ਉਹਨਾਂ ਨੂੰ ਮਿਲਦੀਆਂ ਨੇ, ਤੇ ਜੇ ਉਹ ਸ਼ਹੀਦੀ ਪਾ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਅੱਗੇ ਪਰਲੋਕ ਵਿੱਚ ਸੁੱਖ ਤੇ ਸਤਕਾਰ ਮਿਲਦਾ ਹੈ। ਇਸੇ ਲਈ ਇਹੋ ਜਿਹੇ ਬੇਅੰਤ ਸੂਰਮੇ ਨੇ। 3 ਪ੍ਰਕਾਰ ਦੇ ਵੈਸੇ ਸੂਰਮੇ ਲਿਖੇ ਮਿਲਦੇ ਨੇ, ਰਥੀ, ਮਹਾਰਥੀ ਤੇ ਅਤਰਥੀ ਸੂਰਮੇ। ਰਥੀ ਸੂਰਮੇ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਜਿਹੜੇ ਆਪਣੇ ਬਰਾਬਰ ਦੇ ਦੁਸ਼ਮਣ ਦਾ ਮੁਕਾਬਲਾ ਕਰਨ ਪਰ ਹਾਰ ਨਾ ਮੰਨਣ, ਉਹ ਰਥੀ ਸੂਰਮੇ ਨੇ। ਮਹਾਰਥੀ ਉਹ ਸੂਰਮੇ ਮੰਨੇ ਜਾਂਦੇ ਸਨ ਜਿਹੜੇ 10,000 ਫੌਜ ਦਾ ਮੁਕਾਬਲਾ ਕਰ ਸਕਦੇ ਸਨ। ਇੱਕ ਇੱਕ ਸੂਰਮਾ 10,000 ਫੌਜ ਤੋਂ ਡਰਦਾ ਨਹੀਂ ਸੀ, ਉਹ ਮਹਾਰਥੀ ਸਨ। ਅਤਰਥੀ ਸੂਰਮਾ ਉਸ ਨੂੰ ਮੰਨਿਆ ਜਾਂਦਾ ਸੀ ਵੀ ਜਿਹੜਾ ਅਣਗਿਣਤ ਫੌਜਾਂ ਦੇ ਨਾਲ ਲੜਦਾ, ਕਦੇ ਵੀ ਆਪਣੀ ਹਾਰ ਨਾ ਮੰਨੇ, ਉਸ ਨੂੰ ਅਤਰਥੀ ਸੂਰਮਾ ਕਿਹਾ ਜਾਂਦਾ ਸੀ। ਜਿਵੇਂ ਕਲਗੀਧਰ ਪਾਤਸ਼ਾਹ ਨੂੰ ਚਮਕੌਰ ਦੀ ਗੜ੍ਹੀ ਦੇ ਆਲੇ ਦੁਆਲੇ 10 ਲੱਖ ਫੌਜ ਨੇ ਘੇਰਾ ਪਾਇਆ ਤੇ ਗੁਰੂ ਮਹਾਰਾਜ ਦੇ ਨਾਲ ਕੇਵਲ 40 ਸਿੰਘ ਸਨ, ਔਰ ਉਹਨਾਂ ਨੇ 1.25 ਲੱਖ ਨਾਲ ਹੀ ਨਹੀਂ, ਇੱਕ ਇੱਕ ਸੂਰਮੇ ਨੇ 10 ਲੱਖ ਫੌਜ ਦੇ ਨਾਲ ਮੁਕਾਬਲਾ ਕੀਤਾ। ਉਹ ਅਤਰਥੀ ਸੂਰਮੇ ਸਨ। ਇਸ ਲਈ ਹਜ਼ੂਰ ਕਹਿੰਦੇ ਅਸੰਖ ਸੂਰ ਮੋਹ ਪਖਸਾਰ, ਅਣਗਿਣਤ ਉਹ ਸੂਰਮੇ ਨੇ ਜਿਹੜੇ ਆਪਣੇ ਮੂੰਹ ਤੇ ਲੋਹੇ ਨੂੰ ਖਾਂਦੇ ਨੇ, ਲੋਹੇ ਦੇ ਸ਼ਸਤਰਾਂ ਦੇ ਵਾਰ ਸਹਾਰਦੇ ਨੇ, ਸਾਹਮਣੇ ਹੋ ਕੇ ਸ਼ਹੀਦੀਆਂ ਪਾਉਂਦੇ ਹਨ। ਅਸੰਖ ਮੋਨ ਲਿਵ ਲਾਏ ਤਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਦਾ ਅਰਥ ਹੈ ਅਣਗਿਣਤ। ਮੋਨ, ਮੋਨੀ ਲੋਕ ਹਨ।
ਮੋਨੀ ਉਸ ਨੂੰ ਕਹਿੰਦੇ ਨੇ ਜਿਹੜਾ ਬੋਲੇ ਨਾ, ਕਿਸੇ ਨਾਲ ਗੱਲ ਨਾ ਕਰੇ, ਖਾਮੋਸ਼ ਰਵੇ, ਚੁੱਪ ਰਵੇ, ਕਹਿੰਦੇ ਇਹ ਤੇ ਮੋਨੀ ਹੈ। ਹਜ਼ੂਰ ਕਹਿੰਦੇ ਨੇ ਅਸੰਖ ਮੋਨ ਅਣਗਿਣਤ ਮੋਨੀ ਲੋਕ ਹਨ, ਲਿਵ ਲਾਏ ਤਾਰ, ਵੀ ਜਿਹੜੇ ਤੇਲ ਤਾਰਾ ਵਾਂਗ ਆਪਣੀ ਜਿਹੜੀ ਲਿਵ ਸੁਰਤ ਦੀ ਤਾਰ ਹੈ ਉਹਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੋੜੀ ਰੱਖਦੇ ਨੇ। ਕਿਉਂਕਿ ਜਿਹੜਾ ਬਹੁਤਾ ਬੋਲਣਾ ਹੈ ਇਹਦੇ ਨਾਲ ਵੀ ਸਾਡੀ ਜਿਹੜੀ ਸ਼ਕਤੀ ਹੈ ਉਹ ਅਜਾਈਂ ਚਲੀ ਜਾਂਦੀ ਹੈ। ਹਾਂ, ਵਿਚਾਰ ਦਾ ਬੋਲਣਾ, ਥੋੜ੍ਹਾ ਬੋਲਣਾ, ਇਹਦੇ ਨਾਲ ਬਚਨਾਂ ਵਿੱਚ ਵੀ ਸੱਤਿਆ ਆ ਜਾਂਦੀ ਹੈ। ਤੇ ਜਿਹੜੇ ਮੁਨੀ ਲੋਕ ਇਸ ਲਈ ਮੌਨ ਧਾਰਨ ਕਰਦੇ ਸਨ ਤੇ ਜਿਹੜੀ ਬੋਲਣ ਤੇ ਸ਼ਕਤੀ ਖਰਚ ਹੁੰਦੀ ਸੀ ਤੇ ਉਸ ਨੂੰ ਆਪਣੇ ਅੰਦਰ ਆਤਮਾ ਦੀ ਪ੍ਰਾਪਤੀ ਲਈ ਵਰਤਦੇ ਸਨ। ਇਸ ਲਈ ਉਹਨਾਂ ਨੂੰ ਮੋਨੀ ਆਖਿਆ ਜਾਂਦਾ ਸੀ। ਜਿੰਨਾ ਚਿਰ ਆਦਮੀ ਬਾਹਰੋਂ ਨਹੀਂ ਆਪਣੀ ਬੋਲ ਬਾਣੀ ਨੂੰ ਸੰਕੋਚ ਲੈਂਦਾ ਤੇ ਉਹਨਾਂ ਚਿਰ ਤੱਕ ਸਮਾਧੀ ਨਹੀਂ ਕਦੀ ਵੀ ਲੱਗ ਸਕਦੀ। ਪਹਿਲਾਂ ਬਾਹਰੋਂ ਆਪਣੀ ਬੋਲ ਬਾਣੀ ਤੇ ਸੰਕੋਚ ਕਰਨਾ ਪੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਸੁਰਤ ਅੰਤਰਮੁਖ ਹੁੰਦੀ ਹੈ। ਹਜ਼ੂਰ ਕਹਿੰਦੇ ਅਸੰਖ ਮੌਨ ਅਣਗਿਣਤ ਤੋਂ ਮੋਨੀ ਲੋਕ ਨੇ ਜਿਹੜੇ ਤੇਲ ਤਾਰਾ ਵਾਂਗ ਆਪਣੀ ਸੁਰਤ ਦੀ ਤਾਰ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜੀ ਰੱਖਦੇ ਹਨ। ਕੁਦਰਤ ਕਵਣ ਕਹਾ ਵਿਚਾਰ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਕਾਦਰ ਦੀ ਕੁਦਰਤ ਬੇਅੰਤ ਹੈ, ਉਹਦੇ ਵਿੱਚ ਸਤੋਗੁਣ ਸ੍ਰਿਸ਼ਟੀ ਵੀ ਬੇਅੰਤ ਹੈ। ਕਵਣ ਕਹਾ ਵਿਚਾਰ, ਮੈਂ ਉਹਨਾਂ ਦੀ ਵਿਚਾਰ ਨੂੰ ਕਿਵੇਂ ਬਿਆਨ ਕਰ ਸਕਦਾ ਹਾਂ? ਮੈਂ ਨਹੀਂ ਉਹਨਾਂ ਬਾਰੇ ਕੁਝ ਵੀ ਬਿਆਨ ਕਰ ਸਕਦਾ, ਕਿਉਂਕਿ ਵਾਹਿਗੁਰੂ ਆਪ ਵੀ ਬੇਅੰਤ ਹੈ, ਉਹਦੀ ਕੁਦਰਤ ਵੀ ਬੇਅੰਤ ਹੈ ਔਰ ਉਹਦੀ ਸ੍ਰਿਸ਼ਟੀ ਵੀ ਬੇਅੰਤ ਹੈ। ਇਸੇ ਲਈ ਕੁਦਰਤ ਕਵਣ, ਮੇਰੇ ਵਿੱਚ ਕੀ ਤਾਕਤ ਹੈ, ਮੇਰੇ ਵਿੱਚ ਕੀ ਸ਼ਕਤੀ ਹੈ ਕਿ ਮੈਂ ਉਸ ਵਾਹਿਗੁਰੂ ਦੀ ਕੁਦਰਤ ਦਾ ਕੋਈ ਵਿਚਾਰ ਕਹਿ ਸਕਾਂ। ਵਾਰਿਆ ਨਾ ਜਾਵਾ ਇੱਕ ਵਾਰ। ਹਜ਼ੂਰ ਕਹਿੰਦੇ ਨੇ ਮੇਰੇ ਪਾਸੋਂ ਤਾਂ ਇੱਕ ਵਾਰ, ਇੱਕ ਵਾਲ ਮਾਤਰ ਵੀ ਉਸ ਵਾਹਿਗੁਰੂ ਦੀ ਕੁਦਰਤ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤੇ ਕੁਦਰਤ ਦਾ ਇੱਕ ਰੋਮ ਮਾਤਰ ਵੀ ਬਿਆਨ ਨਹੀਂ ਕਰ ਸਕਦਾ। ਵਾਹਿਗੁਰੂ ਦੀ ਕੁਦਰਤ ਇੰਨੀ ਮਹਾਨ ਹੈ, ਕੁਦਰਤ ਇੰਨੀ ਬੇਅੰਤ ਹੈ। ਜਿਹੜੇ ਹੁਣ ਅਮਰੀਕਾ ਦੇ ਵਿੱਚ ਬੜੇ ਬੜੇ ਸਾਇੰਸਦਾਨ ਨੇ, ਬੜੇ ਬੜੇ ਵਿਗਿਆਨੀ ਖੋਜਾਂ ਕਰ ਰਹੇ ਨੇ ਔਰ ਉਹ ਵੀ ਇਸ ਨਤੀਜੇ ਤੇ ਪਹੁੰਚੇ ਨੇ ਵੀ ਵਾਹਿਗੁਰੂ ਦੀ ਕੁਦਰਤ ਬੇਅੰਤ ਹੈ, ਉਹਦਾ ਅੰਤ ਪਾਉਣਾ ਨਾਮੁਮਕਿਨ ਹੈ। ਜਿੰਨਾ ਅਸੀਂ ਸਾਇੰਸ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਨੀ ਵਾਹਿਗੁਰੂ ਦੀ ਕੁਦਰਤ ਵੀ ਮਹਾਨ ਸੂਖਮ ਬਣੀ ਜਾਂਦੀ ਹੈ। ਜਿੰਨਾ ਹੁਣ ਤੱਕ ਅਸੀਂ ਸਮਝਿਆ ਹੈ ਉਹ ਤੇ ਸਮੁੰਦਰ ਵਿੱਚੋਂ ਇੱਕ ਕਤਰਾ ਮਾਤਰੀ ਹੈ। ਵਾਰਿਆ ਨਾ ਜਾਵਾ ਏਕ ਵਾਰ, ਜਾਂ ਇਉਂ ਕਹਿ ਦਿਓ ਵੀ ਜਿਵੇਂ ਇੱਕ ਰੇਤ ਦਾ ਟਿੱਬਾ ਹੋਵੇ, ਕਿਣਕਾ ਮਾਤਰ ਅਸੀਂ ਕੁਦਰਤ ਦੇ ਬਾਰੇ ਕੁਝ ਸਮਝ ਸਕੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਮੇਰੀ ਕੀ ਤਾਕਤ ਹੈ, ਤੇਰੀ ਕੁਦਰਤ ਬੇਅੰਤ ਹੈ। ਵਾਰਿਆ ਨਾ ਜਾਵਾ ਏਕ ਵਾਰ, ਇੱਕ ਵਾਲ ਮਾਤਰ ਵੀ, ਇੱਕ ਰੋਮ ਮਾਤਰ ਵੀ, ਰੰਚਕ ਭਰ ਵੀ ਮੈਂ ਉਸ ਕੁਦਰਤ ਦੇ ਬਾਰੇ ਬਿਆਨ ਨਹੀਂ ਕਰ ਸਕਦਾ। ਜੋ ਤੁਧ ਭਾਵੈ ਸਾਈ ਭਲੀਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੁਣ ਤੇ ਇਹੀ ਗੱਲ ਸਾਨੂੰ ਚੰਗੀ ਲੱਗਦੀ ਹੈ, ਤੇਰੀ ਰਜ਼ਾ ਦੇ ਵਿੱਚ ਰਹਿਣਾ, ਤੇਰੇ ਭਾਣੇ ਦੇ ਵਿੱਚ ਰਹਿਣਾ। ਜੋ ਤੁਧ ਭਾਵੈ, ਜੋ ਤੈਨੂੰ ਪਾਉਂਦਾ ਹੈ, ਸਾਈ ਭਲੀ ਕਾਰ, ਸਾਨੂੰ ਉਹੀ ਕਾਰ ਕਿਰਤ, ਉਹੀ ਕੰਮ ਚੰਗਾ ਲੱਗਦਾ। ਜੋ ਤੈਨੂੰ ਪਾਉਂਦਾ ਉਹੀ ਕੰਮ ਸਾਨੂੰ ਚੰਗਾ ਲੱਗਦਾ। ਕਿਉਂਕਿ ਜੋ ਵੀ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਇਹ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਜੋ ਕੁਝ ਵਾਹਿਗੁਰੂ ਕਰਦਾ ਹੈ ਉਹ ਸਾਡੇ ਭਲੇ ਦੀ ਖਾਤਰ ਕਰਦਾ ਹੈ। ਇਸ ਲਈ ਹੇ ਵਾਹਿਗੁਰੂ ਤੂੰ ਸਾਡੇ ਤੇ ਰਹਿਮਤ ਕਰ, ਅਸੀਂ ਤੇਰੀ ਰਜ਼ਾ ਨੂੰ ਰਾਜ਼ੀ ਹੋ ਕੇ ਮੰਨੀਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਪਾਉਂਦਾ ਸਾਨੂੰ ਉਹੀ ਭਲੀ ਕਾਰ ਜਾਪਦੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ, ਹੇ ਅਕਾਲ ਪੁਰਖ ਵਾਹਿਗੁਰੂ, ਇਹਨਾਂ ਰੰਗ ਰੂਪਾਂ ਤੋਂ ਪਰੇ,
हे अकाल पुरख वाहिगुरु, तू सदा सलामत, तू हमेशा ਲਈ ਸਲਾਮਤ ਦਾ ਅਰਥ ਹੈ ਸਥਿਰ ਰਹਿਣ ਵਾਲਾ ਹੈ। ਬਾਕੀ ਤੇ ਸਾਰੀ ਦੁਨੀਆ ਨਾਸਵੰਤ ਹੈ, ਦ੍ਰਿਸ਼ਟਮਾਨ ਹੈ, ਸਗਲ ਮਥੇਨਾ। ਆ ਜਿੰਨੇ ਵੀ ਗ੍ਰਹਿ ਉਪਗ੍ਰਹਿ ਆਪਾਂ ਦੇਖਦੇ ਹਾਂ, ਚਾਹੇ ਸੂਰਜ ਤੇ ਚੰਦਰਮਾ ਤੱਕ ਵੀ ਨੇ, ਇਹਨਾਂ ਨੇ ਵੀ ਇੱਕ ਦਿਨ ਨਾਸ ਹੋਣਾ। ਦੁਨੀਆ ਕੈਸ ਮੁਕਾਮੇ, ਇਹ ਦੁਨੀਆ ਦੀ ਜਿਹੜੀ ਮੁਕਾਮ ਸਥਿਤੀ ਹੈ ਇਹ ਤੇ ਨਾਸ਼ਵੰਤ ਹੈ, ਇੱਕ ਨਾ ਇੱਕ ਦਿਨ ਜ਼ਰੂਰ ਜਾਣਾ ਹੀ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਹੈ ਨਿਰੰਕਾਰ, ਹੈ ਵਾਹਿਗੁਰੂ, ਤੂੰ ਹਮੇਸ਼ਾ ਲਈ ਸਦਾ ਸਥਿਰ ਰਹਿਣ ਵਾਲਾ ਹੈ। ਇਸ ਲਈ ਹੁਣ ਤੂੰ ਇਹ ਸਾਡੇ ਤੇ ਕਿਰਪਾ ਕਰ, ਜੋ ਤੈਨੂੰ ਪਾਉਂਦਾ ਸਾਨੂੰ ਉਹੀ ਭਲੀ ਕਾਰ ਜਾਪੇ। ਅਸੀਂ ਤੇਰੇ ਭਾਣੇ ਵਿੱਚ ਚੱਲੀਏ, ਤੇਰੀ ਰਜ਼ਾ ਵਿੱਚ ਰਾਜੀ ਰਹੀਏ। ਬਸ ਇਹੀ ਇੱਕ ਦਾਤ ਤੇਰੇ ਪਾਸੋਂ ਮੰਗਦੇ ਹਾਂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਇਹ ਗੱਲ ਕਹਿਣੀ ਬੜੀ ਸੌਖੀ ਹੈ, ਕਮਾਉਣੀ ਬਹੁਤ ਔਖੀ ਹੈ। ਜਦੋਂ ਸਿਰ ਤੇ ਪੈਂਦੀ ਹੈ ਨਾ, ਪਤਾ ਉਦੋਂ ਲੱਗਦਾ ਹੈ ਜਦੋਂ ਖੋਪਰ ਲਹਾਉਣੇ ਪੈਂਦੇ ਨੇ, ਬੰਦ ਕਟਵਾਉਣਾ ਪੈਂਦਾ ਹੈ, ਚਰਖੜੀਆਂ ਤੇ ਚੜ੍ਹਨਾ ਪੈਂਦਾ ਹੈ, ਗੋਲੀਆਂ ਦੇ ਨਿਸ਼ਾਨੇ ਬਣਨਾ ਪੈਂਦਾ ਹੈ। ਪਤਾ ਉਦੋਂ ਲੱਗਦਾ ਜੋ ਤੁਧ ਪਾਵੈ ਸਾਈ ਭਲੀਕਾਰ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਭਾਈ ਉਹੀ ਵਾਹਿਗੁਰੂ ਦੀ ਰਜ਼ਾ ਨੂੰ ਭਲੀ ਕਾਰ ਕਰਕੇ ਸਵੀਕਾਰ ਕਰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।